ਤੇ ਬਾਕੀ ਆ ਬੈਂਕਾਂ ਵਾਲਾ ਸਿਸਟਮ ਚੱਲਿਆ, ਅੱਗੋਂ ਫਿਰ ਸਕੀਮ ਆ ਗਈ ਹੈ। ਹਾਂਜੀ। ਤੇ ਬਾਕੀ ਉਸ ਤਰ੍ਹਾਂ ਦੇ ਬੰਦਾ ਆਖੇ ਵੀ ਛਿੱਟੇ ਮਰੋੜ ਕੇ ਵੇਚ ਕੇ ਟਰੈਕਟਰ ਲੈ ਲਈ, ਉਹ ਤਾਂ ਲਿਆ ਕੋ ਨਹੀਂ ਜਾਂਦਾ। ਹਾਂਜੀ ਹਾਂਜੀ। ਚਲੋ ਸਕੂਮ ਥੋੜਾ ਥੋੜਾ ਕਰਕੇ ਦਿੱਤੇ ਜਾਂਦੇ ਨੇ। अस्सलाम वालेकुम दोस्तों, अपना चैनल पीके यूट्यूब चैनल 'ਚ खुश आमदीद कहने जी सारे भरावां ਨੂੰ। काफ़ी दोस्त कह रहे थे जी किसान पैकेज बारे कि किसान पैकेज आया कि ट्रैक्टर सस्ते होए ने महंगे होए ने, की सूरत हाल वगैरह अपडेट वगैरह नहीं मिली। काफ़ी भाई थले कमेंट्स वगैरह कर रहे सी। ਤੇ ਇਸ ਤੋਂ ਇਲਾਵਾ ਕਾਫੀ ਦੋਸਤ ਕਹਿ ਰਹੇ ਕਿ ਕਿਸਾਨ ਪੈਕੇਜ ਤੋਂ ਬਾਅਦ ਕੀ ਸੂਰਤ ਹਾਲ, ਟਰੈਕਟਰ ਮਹਿੰਗੇ ਹੋਣਗੇ ਜਾਂ ਸਸਤੇ ਹੋਣਗੇ। ਉਸ ਬਾਰੇ ਤੁਹਾਨੂੰ ਡਿਟੇਲ ਵਗੈਰਾ ਦਿੰਦੇ ਆ ਜੀ। ਬਾਕੀ ਮਾਰਕੀਟ ਦੀ ਵੀ ਡਿਟੇਲ ਵਗੈਰਾ ਦੇਵਾਂਗੇ ਇਸ ਤੋਂ ਬਾਅਦ ਕੀ ਸੂਰਤ ਹਾਲ ਵਗੈਰਾ। ਤੇ ਵੀਡੀਓ ਦੋਸਤੋ ਐਂਡ ਤੱਕ ਦੇਖਣੀ ਹੈ, ਲਾਈਕ ਸ਼ੇਅਰ ਲਾਜ਼ਮੀ ਕਰ ਦੇਣਾ। ਮੁਕੰਮਲ ਡਿਟੇਲ ਵਗੈਰਾ ਤੁਹਾਡੇ ਨਾਲ ਸ਼ੇਅਰ ਕਰਦੇ ਆ। ਸਭ ਤੋਂ ਪਹਿਲਾਂ ਤੇ ਗੱਲ ਕਰਾਂਗੇ ਜੀ ਕਿਸਾਨ ਪੈਕੇਜ ਜਿਹੜਾ ਕਹਿੰਦੇ ਤੇ ਅੱਜ ਤਰੀਕ ਦਾ ਸਭ ਤੋਂ ਵੱਡਾ ਕਿਸਾਨ ਪੈਕੇਜ ਹੈ। ਤਕਰੀਬਨ 64 ਅਰਬ ਰੁਪਏ ਜਿਹੜੇ ਇਹਨਾਂ ਨੇ ਮੁਖਤਸ ਕੀਤੇ ਨੇ ਜ਼ਿਮੀਂਦਾਰਾਂ ਵਾਸਤੇ, ਜਿਹਦੇ ਵਿੱਚ ਜੀ 30 ਅਰਬ ਰੁਪਏ ਦੀ ਲਾਗਤ ਦੇ ਵਿੱਚ ਜਿਹੜਾ ਇਹਨਾਂ ਜੀ ਗ੍ਰੀਨ ਟਰੈਕਟਰ ਸਕੀਮ ਜਿਹੜੀ ਹੈ ਉਹ ਮੁਤਾਰਫ ਕਰਵਾਈ ਹੈ। ਗ੍ਰੀਨ ਟਰੈਕਟਰ ਸਕੀਮ ਤੁਹਾਨੂੰ ਪਤਾ ਆਇਆ ਕਿ ਪਹਿਲਾਂ ਵੀ ਚੱਲੀ ਸੀ ਇੱਕ ਦਫਾ। ਉਹਦੇ ਵਿੱਚ ਤੁਹਾਨੂੰ ਇਹ ਹੋਏਗਾ ਕਿ ਟਰੈਕਟਰ ਜਿਹੜੇ ਤੁਹਾਨੂੰ ਬਿਲਕੁਲ ਯਾਨੀ ਕਿ ਸੂਦ ਤੋਂ ਬਗੈਰ ਤੁਹਾਨੂੰ ਜਿਹੜੇ ਟਰੈਕਟਰ ਮਿਲਣਗੇ, ਇਹ ਹਕੂਮਤ ਤੁਹਾਨੂੰ ਦੇਗੀ ਗ੍ਰੀਨ ਟਰੈਕਟਰ ਜਿਹੜੇ ਨੇ। ਠੀਕ ਹੈ ਜੀ, ਇਹਦੀ ਤੁਹਾਨੂੰ ਡਿਟੇਲ ਵਗੈਰਾ ਦੇਵਾਂਗੇ। ਬਾਕੀ ਮਜ਼ੀਦ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਇਸ ਤੋਂ ਇਲਾਵਾ ਜੀ ਇਹਨਾਂ ਨੇ 150 ਅਰਬ ਰੁਪਏ ਜਿਹੜੇ ਨੇ ਇਹਦੀ ਲਾਗਤ ਦੇ ਵਿੱਚ ਵਜ਼ੀਰ ਵਾਲਾ ਪੰਜਾਬ ਕਿਸਾਨ ਕਾਰਡ ਕੇ ਤਹਿਤ ਜਿਹੜਾ 5 ਲੱਖ ਕਿਸਾਨਾਂ ਨੂੰ ਬਿਲਾ ਸੂਦ ਜਿਹੜੇ ਕਰਜ਼ੇ ਵੀ ਦੇਣਗੇ। ਠੀਕ ਹੈ ਜੀ, 5 ਲੱਖ ਕਿਸਾਨਾਂ ਨੂੰ ਬਿਲਾ ਸੂਦ ਕਰਜ਼ੇ ਦੇਣਗੇ। ਇਹਦੇ ਵਾਸਤੇ ਇਹਨਾਂ ਨੇ 150 ਅਰਬ ਰੁਪਏ ਮੁਖਤਸ ਕੀਤੇ ਨੇ। ਇਸ ਤੋਂ ਇਲਾਵਾ ਜੀ 12 ਅਰਬ ਰੁਪਏ ਦੀ ਲਾਗਤ ਦੇ ਵਿੱਚ ਜਦੀਦ ਜ਼ਰੀ ਮਸ਼ੀਨਰੀ ਔਰ ਆਲਾਤ ਪਰ ਸਬਸਿਡੀ, ਜਿਹੜੇ ਜ਼ਰੀ ਮਸ਼ੀਨਰੀ ਆਲਾਤ ਵਗੈਰਾ ਨੇ ਇਹਨਾਂ ਦੇ ਉੱਤੇ ਵੀ ਸਬਸਿਡੀ ਵਗੈਰਾ ਆ ਕਿਸਾਨ ਪੈਕੇਜ ਦੇ ਵਿੱਚ ਸ਼ਾਮਲ ਹੈ। ਠੀਕ ਹੈ ਜੀ, ਇਸ ਤੋਂ ਇਲਾਵਾ 9 ਅਰਬ ਰੁਪਏ ਦੀ ਲਾਗਤ ਦੇ ਵਿੱਚ चीफ मिनिस्टर सोलराइजेशन प्रोग्राम के तहत 7000 ट्यूबल की शमसी तवानाई पर, यानी कि 7000 ट्यूबल ਜਿਹੜੇ ਨੇ ਸ਼ਮਸੀ ਤਵਾਨਾਈ ਤੇ ਮੁੰਤਕਿਲ ਕਰਨਗੇ। ਇਹ ਵੀ ਹਕੂਮਤ ਨੇ ਜਿਹੜਾ ਕਿਸਾਨ ਪੈਕੇਜ ਹੈ ਇਹਦੇ ਵਿੱਚ ਇਹਨੂੰ ਐਡ ਕੀਤਾ ਹੈ। ਠੀਕ ਹੈ ਜੀ, ਬਾਕੀ ਕਿਸਾਨ ਪੈਕੇਜ ਕਾਫੀ ਦੋਸਤ ਕਹਿ ਰਹੇ ਸੀ ਜੀ ਕਿਸਾਨ ਪੈਕੇਜ ਅਪਲਾਈ ਕਿਵੇਂ ਕਰਨਾ ਵਾ, ਕੀ ਤਰੀਕਾਕਾਰ ਕੀ ਹੈ। ਇਹਦਾ ਤਰੀਕਾਕਾਰ ਭਾਈ ਇਹ ਇਹਦੇ ਵਾਸਤੇ ਤੁਹਾਡੇ ਵਾਸਤੇ ਤੁਹਾਡੇ ਕੋਲ ਕਿਸਾਨ ਕਾਰਡ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਸਾਨ ਕਾਰਡ ਜਿਹੜਾ ਹਕੂਮਤ ਨੇ ਬਣਵਾਇਆ ਵਾ ਉਹਦੇ ਨਾਲ ਇਹ ਤੁਹਾਡੀ ਰਹੇਗੀ ਪਹਿਚਾਣ ਹੋਏਗੀ ਤੁਸੀਂ ਕਿਸਾਨ ਹੋ। ਉਹਦੇ ਤੋਂ ਬਗੈਰ ਹਕੂਮਤ ਦੀ ਕਿਸੇ ਵੀ ਸਬਸਿਡੀ ਕੋਈ ਵੀ ਸਕੀਮ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੋ ਸਕਦੇ। ਚਾਹੇ ਤੁਸੀਂ ਜਿੰਨੇ ਮਰਜ਼ੀ ਵੱਡੇ ਕਿਸਾਨ ਹੋ, ਜਿੰਨੀ ਵਾਰੀ ਤੁਹਾਡੀ ਜ਼ਮੀਨ ਹੈ, ਕਿਸਾਨ ਕਾਰਡ ਤੋਂ ਬਗੈਰ ਤੁਸੀਂ ਕਿਸਾਨ ਨਹੀਂ ਮੰਨੇ ਜਾਂਦੇ। ਤੇ ਕਿਸਾਨ ਕਾਰਡ ਜਿਹੜਾ ਵਾ ਉਹ ਹਾਸਲ ਕਰਨ ਵਾਸਤੇ ਤੁਹਾਨੂੰ ਕਿਵੇਂ ਕੀ ਤਰੀਕਾਕਾਰ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਵਾ ਦਿੰਦਾ। ਆਸਾਨ ਤਰੀਕਾਕਾਰ ਤੇ ਇਹ ਹੈ, ਵਜ਼ੀਰ ਵਾਲਾ ਪੰਜਾਬ ਕਿਸਾਨ ਕਾਰਡ ਕੇ ਅਸੂਲ ਦੇ ਲਈ ਚੰਦ ਰਾਜ਼ੀ ਇਹਨੇ ਬਸ ਯਾਨੀ ਕਿ ਇਹਦਾ 80-70 ਤੁਸੀਂ ਮੈਸੇਜ ਕਰਨਾ ਆਪਣਾ ਸ਼ਨਾਖਤੀ ਕਾਰਡ ਨੰਬਰ। ਠੀਕ ਹੈ ਜੀ, ਸਪੇਸ ਲਿਖ ਕੇ ਆਪਣਾ ਸ਼ਨਾਖਤੀ ਕਾਰਡ ਨੰਬਰ ਲਿਖ ਕੇ 80-70 ਤੇ ਮੈਸੇਜ ਕਰ ਦਿਓ, ਕਿਸਾਨ ਕਾਰਡ ਤੇ ਤੁਹਾਡਾ ਅਪਲਾਈ ਹੋ ਜਾਏਗਾ। ਤੇ ਇਹਦੀਆਂ ਚੰਦ ਸ਼ਰਤਾਂ ਨੇ ਕਿਸਾਨ ਕਾਰਡ ਬਣਵਾਉਣ ਦੀਆਂ ਕਿ ਇਹਦੇ ਵਾਸਤੇ ਤੁਹਾਨੂੰ ਕਿਹੜੀ ਚੀਜ਼ ਮਤਲਬ ਤੁਹਾਡੀ ਰਿਕੁਆਇਰਮੈਂਟ ਹੈ। ਇਹਦੇ ਵਾਸਤੇ ਕਾਸ਼ਤਕਾਰ ਦਾ 1 ਏਕੜ ਤੋਂ ਲੈ ਕੇ 12.5 ਏਕੜ ਤੱਕ ਮਾਲਕ ਹੋਣਾ ਜ਼ਰੂਰੀ ਹੈ। ਯਾਨੀ ਕਿ 1 ਏਕੜ ਤੋਂ ਲੈ ਕੇ 12.5 ਏਕੜ ਤੱਕ ਤੁਹਾਡੀ ਜ਼ਮੀਨ ਹੋਣੀ ਚਾਹੀਦੀ, ਫਿਰ ਤੁਸੀਂ ਕਿਸਾਨ ਕਾਰਡ ਵਾਸਤੇ ਅਪਲਾਈ ਕਰ ਸਕਦੇ ਹੋ। काश्तकार किसी बैंक या किसी मालियाती इदारे का ना दहिंदा ना हो। ठीक है जी, फसल के लिए मिलने वाला बिला सूद कर्जा 6 माह में वापसी करना होगा। यानी कि जी तुहानू फसल वास्ते कर्जा वगैरह मिलया करेगा छमाही दे छमाही, वो 6 महीने बाद तुहानू वापस भी करना पड़ेगा। काश्तकार की ज़मीन राजी सेंटर पर रजिस्टर्ड हो, यानी कि तुहाडी जो ज़मीन है ये भी राजी सेंटर पर रजिस्टर्ड होनी चाहिए है। ਕਾਸ਼ਤਕਾਰ ਦੀ ਸਿਮ ਜਿਹੜੀ ਇਹਦੇ ਨਾਮ ਤੇ ਰਜਿਸਟਰਡ ਹੋਣੀ ਚਾਹੀਦੀ ਹੈ। ਯਾਨੀ ਕਿ ਕਾਰਡ ਤੋਂ ਬਗੈਰ ਜਿਹੜਾ ਤੁਸੀਂ ਕਿਸੇ ਵੀ ਸਬਸਿਡੀ ਜਾਂ ਕਿਸੇ ਵੀ ਸਕੀਮ ਦੇ ਵਿੱਚ ਐਡ ਨਹੀਂ ਹੋਵੋਗੇ। ਇਹਦੇ ਬਾਅਦ ਤੁਹਾਨੂੰ ਕਿਸਾਨ ਕਾਰਡ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਮੈਂ ਚੰਦ ਇhtiyati ਦੱਸੀਆਂ ਨੇ ਪਰ ਜਿਹਦੇ ਵਿੱਚ ਇਹ ਤੁਹਾਡੇ ਜ਼ਰੂਰੀ ਹੋਣੇ ਚਾਹੀਦੀਆਂ ਨੇ। ਤਰੀਕਾਕਾਰ ਵੀ ਦੱਸ ਦਿੱਤਾ ਕਿਸਾਨ ਕਾਰਡ ਕਿਵੇਂ ਬਣਵਾਉਣਾ ਹੈ। ਤੇ ਜਿਹੜਾ ਕਿਸਾਨ ਪੈਕੇਜ ਹੋਇਆ ਵਾ ਉਹਦੇ ਵਿੱਚ ਐਲਾਨ ਹੋਇਆ ਗ੍ਰੀਨ ਟਰੈਕਟਰ ਸਕੀਮ ਦਾ। ਕਾਫੀ ਦੋਸਤ ਕਹਿ ਰਹੇ ਸੀ ਜੀ ਇਹ ਕੀ ਤਰੀਕਾਕਾਰ ਹੈ, ਕਿਵੇਂ ਅਪਲਾਈ ਕਰਨਾ। ਕਿਸਾਨ ਕਾਰਡ ਅਗਰ ਤੁਹਾਡਾ ਬਣਿਆ ਹੋਏਗਾ ਤੁਹਾਨੂੰ ਕੋਈ ਅਪਲਾਈ ਕਰਨ ਦੀ ਲੋੜ ਨਹੀਂ। ਉਹ ਜਿਹੜਾ ਹਕੂਮਤ ਨੂੰ ਆਪ ਪਤਾ ਹੋਏਗਾ ਜੀ ਇਹ ਕਿ ਜ਼ਿਮੀਂਦਾਰ ਹੈ, ਕਿਸਾਨ ਹੈ ਤੇ ਇਹਨੂੰ ਇਹ ਯਾਨੀ ਕਿ ਸਬਸਿਡੀ ਦੇ ਵਿੱਚ ਇਹ ਸਕੀਮ ਦੇ ਵਿੱਚ ਸ਼ਾਮਲ ਕਰਨਾ ਹੈ। ਤੇ ਤੁਹਾਨੂੰ ਪਤਾ ਜਿਸ ਤਰ੍ਹਾਂ ਵੀ ਮਾਰਕੀਟ ਸੂਰਤ ਹਾਲ ਵਗੈਰਾ ਵਾ ਅੱਜ ਕੱਲ੍ਹ ਕੈਸ਼ ਟਰੈਕਟਰ ਲੈਣਾ ਤੇ ਬਹੁਤ ਔਖਾ ਹੋ ਗਿਆ, ਬਹੁਤ ਮਹਿੰਗਾ ਤੇ ਇਸੇ ਸੂਰਤ ਹਾਲ ਵਾਸਤੇ ਹਕੂਮਤ ਨੇ ਵੀ ਇਹ ਸਕੀਮਾਂ ਕੱਢਣ ਡਈ ਹੈ। ਪਿਛਲੇ ਸਾਲ ਦੇ ਵਿੱਚ ਤਕਰੀਬਨ ਬੈਂਕ ਵਾਲਿਆਂ ਨੇ ਮੌਜਾਂ ਕਰਾਈਆਂ ਤੇ ਹੁਣ ਜਿਹੜੀ ਹੈ ਗ੍ਰੀਨ ਟਰੈਕਟਰ ਸਕੀਮ ਮੌਜਾਂ ਕਰਵਾਏਗੀ।
ਤੇ ਅੱਲਾ ਖੈਰ ਕਰੇ ਤੇ ਟਰੈਕਟਰ ਚੱਲਦੇ ਰਹਿਣਗੇ। ਬਾਕੀ ਇਸ ਤੋਂ ਇਲਾਵਾ ਦੋਸਤੋ ਭਾਈ ਰਿਆਜ਼ ਸਾਡੇ ਨਾਲ ਮੌਜੂਦ ਨੇ, ਮਜ਼ੀਦ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਅਸਲਾਮ ਵਾਲੇਕਮ। ਵਾਲੇਕਮ ਸਲਾਮ। ਭਾਈ ਰਿਆਜ਼ ਕੀ ਹਾਲ ਹੈ, ਠੀਕ ਠਾਕ ਹੋ? ਅੱਲਾ ਸ਼ੁਕਰ ਵੀ ਠੀਕ ਦੁਆਵਾਂ। ਤੇ ਇਹ ਤੋਂ ਬਾਅਦ ਮਾਰਕੀਟ ਅੱਲਾ ਖੈਰ ਕਰੇ ਓਪਨ ਹੋ ਗਈ ਹੈ? ਮਾਰਕੀਟ ਓਪਨ ਹੋ ਗਈ, ਬਾਕੀ ਕਸਟਮਰ ਕੋਈ ਨਹੀਂ, ਕੋਈ ਟਾਵਾਂ ਜਿਹੜੇ ਬੈਂਕ ਵਾਲੇ ਨਿਕਲੇ ਨੇ ਉਹ ਲੈਣ ਡਿਆ ਨੇ। ਹਾਂਜੀ। ਅੱਜ 5-7 ਕਸਟਮਰ ਆਏ ਸੀ, ਬੈਂਕ ਵਾਲੇ ਲੈ ਕੇ ਗਏ, ਨਾਲ ਕੋਈ ਸਮਾਨ ਵੀ ਲਿਆ ਨੇ। ਹਾਂਜੀ ਹਾਂਜੀ। ਤੇ ਬਾਕੀ ਆ ਬੈਂਕਾਂ ਵਾਲਾ ਸਿਸਟਮ ਚੱਲਿਆ, ਅੱਗੋਂ ਫਿਰ ਸਕੀਮ ਆ ਗਈ ਹੈ। ਹਾਂਜੀ। ਤੇ ਬਾਕੀ ਉਸ ਤਰ੍ਹਾਂ ਦੇ ਬੰਦਾ ਆਖੇ ਵੀ ਛਿੱਟੇ ਮਰੋੜ ਕੇ ਵੇਚ ਕੇ ਟਰੈਕਟਰ ਲੈ ਲਈ, ਉਹ ਤਾਂ ਲਿਆ ਕੋਈ ਨਹੀਂ ਜਾਂਦਾ। ਹਾਂਜੀ ਹਾਂਜੀ। ਚਲੋ ਸਕੂਮ ਥੋੜਾ ਕਰਕੇ ਦਿੱਤੇ ਜਾਂਦੇ ਨੇ। ਤੇ ਬਾਕੀ ਚਲੋ ਇਹ ਕੰਮ ਨੇ ਕੀਤਾ ਨੇ। ਪਿਛਲੀ ਘੁੰਮਤ 'ਚ ਵੀ ਟਰੈਕਟਰ ਕਾਫੀ ਮਿਲੇ ਨੇ, ਆ ਫਿਰ ਪਿੱਛੇ ਮਿਲੇ ਨੇ। ਉਹਨਾਂ ਕੋਲ ਨਵੀਂ ਸਕੀਮ ਆ ਗਈ ਏ। ਮੈਂ ਕਿਹਾ ਬੈਂਕ ਵਾਲੇ ਪਹਿਲਾਂ ਮੌਜਾਂ ਕਰਾਉਂਦੇ ਰਹੇ ਨੇ, ਹੁਣ ਘੁੰਮਤ ਫੇਰ ਕਰਾਏ ਕਿ ਗਰੀਬ ਬਾਕੀ ਚਲੋ ਕੋਈ ਬੰਦੇ ਦਿਲ ਦੀ ਖੁਆਇਸ਼ ਹੁੰਦੀ ਯਾਰ ਮੈਂ ਨਵਾਂ 85 ਲਵਾਂ, ਉਂਝ ਤਾਂ ਲੈ ਨਹੀਂ ਸਕਦਾ। ਚਲੋ ਐਵੇਂ ਥੋੜਾ ਕਰਕੇ ਦਿੱਤੇ ਜਾਂਦੇ ਨੇ। ਕਿਸੇ ਭੈਣ ਭਰਾ ਦੀ ਪਹਿਲੇ ਨੰਬਰ ਲੈ ਦੇ ਦੂ ਕਿਤਾਬ ਟਰੈਕਟਰ ਲੈ ਲੈਂਦੇ ਨੇ। ਹਕੂਮਤ ਨੇ ਇਹ ਕਿਹਾ ਜੀ ਜਿੱਦਾਂ ਕਿਸਾਨ ਕਾਰਡ ਹੋਏਗਾ ਨਾ, ਉਹਨੂੰ ਮਤਲਬ ਸਕੀਮ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਕਿਸਾਨ ਕਾਰਡ ਹੁਣ ਕਈਆਂ ਜਿਹੜੇ ਪੜ੍ਹੇ ਲਿਖੇ ਜ਼ਿਮੀਂਦਾਰ ਉਹਨਾਂ ਦੇ ਬਣੇ ਨੇ, ਹਾਂਜੀ। ਜਿਹੜੇ ਬਿਲਕੁਲ ਸਾਦੇ ਬੰਦੇ ਉਹਨਾਂ ਦੇ ਬਣੇ ਕੋਈ ਨਹੀਂ। ਹਾਂ। ਉਹ ਵੀ ਵਿੱਚ ਜਿਹੜੀ ਇਹਨਾਂ ਕੋਈ ਨਾ ਸ਼ਰਤ ਇਹੋ ਜੀ ਭੈੜੀ ਹੁੰਦੀ ਹੈ। ਨਹੀਂ, ਉਹਨਾਂ ਨੇ ਆਸਾਨ ਤਰੀਕਾ ਦੱਸਤਾ 70 ਤੇ ਮੈਸੇਜ ਕਰੋ, ਆਪਣਾ ਸ਼ਨਾਖਤੀ ਕਾਰਡ ਨੰਬਰ ਹੈ ਤੁਹਾਡਾ, ਕਿਸਾਨ ਕਾਰਡ ਜਿਹੜਾ ਅਪਲਾਈ ਹੋ ਜਾਏਗਾ। ਬਸ ਠੀਕ ਹੈ, ਉਹ ਸਾਰਿਆਂ ਨੂੰ ਆਸਾਨ ਮਸਲਾ। ਹਾਂ ਤੇ ਅੱਲਾ ਖਿਆਲ ਕਰੇ ਕਿਸਾਨ ਕਾਰਡ ਹੋਏਗਾ ਤੇ ਉਹ ਆਂਦੇ ਜੇ ਮੰਨਿਆ ਜਾਏਗਾ ਵੀ ਤੁਸੀਂ ਕਿਸਾਨ ਹੋ। ਐਵੇਂ ਹੀ ਗੱਲ। ਤੁਹਾਡਾ ਕੀ ਖਿਆਲ ਹੈ, ਸਕੀਮ ਮੌਜਾਂ ਕਰਾਉਂਦੀ ਜ਼ਿਮੀਂਦਾਰਾਂ ਦੀ? ਮੌਜਾਂ ਕਰਾਉਣ ਵਾਲੀ ਗੱਲ ਕੀ ਵੀ, ਇੱਕ ਬੰਦੇ ਨੇ ਪੁਰਾਣਾ ਲੈਣਾ, ਉਹਨੂੰ ਟਾਇਰ ਪਾਣੇ ਨੇ, ਇੰਜਨ ਕਰਵਾਉਣਾ ਹੈ, ਕੋਈ 4-5 ਲੱਖ ਉਹਦੇ ਉੱਤੇ ਲਾਣਾ ਹੈ। ਇਵੇਂ ਜ਼ੀਰੋ ਟਰੈਕਟਰ ਹੋਣਾ ਹੈ, ਕੋਈ 2-4 ਸਾਲ ਦੇ ਕੰਮ ਕੋਈ ਨਹੀਂ ਕੱਢਦਾ, ਫਿਰ ਉਸ ਤੋਂ ਬਾਅਦ ਅੱਲਾ ਖੈਰ ਕਰੇ, ਰੌਲਾ ਹੀ ਕੋਈ ਨਹੀਂ ਹੈਗਾ। ਤੇ ਆ ਗ੍ਰੀਨ ਟਰੈਕਟਰ ਸਕੀਮ ਦੀ ਇਹਦੀ ਮਾਰਕੀਟ 'ਚ ਵੀ ਕੋਈ ਅਸਰ ਪੈਂਦਾ ਜਾਂ ਠੀਕ ਹੈ? ਮਾਰਕੀਟ ਅਸਰ ਪੈਂਦਾ। ਹੁਣ ਜਿਵੇਂ ਆ ਬੈਂਕ ਵਾਲੇ ਦੂਜੇ ਆਉਂਦੇ ਪਏ ਨੇ, ਕੈਸ਼ ਵਾਲੇ ਟਰੈਕਟਰ ਦਾ ਗਾਹਕ ਕੋਈ ਨਹੀਂ, ਸਾਰੇ ਬੈਂਕ ਵਾਲੇ ਹੀ ਨੇ। ਨਹੀਂ ਮਤਲਬ ਜਿਹੜੀ ਗ੍ਰੀਨ ਟਰੈਕਟਰ ਸਕੀਮ ਹੈ, ਮਤਲਬ ਇਹ ਬਾਅਦ ਵਿੱਚ ਅਗਰ ਰੀਸੇਲ ਇਹਨੂੰ ਕਰਦੇ ਆ ਤੇ ਫਰਕ ਪੈਂਦਾ? ਵਿਕ ਜਾਂਦਾ ਹੈ ਉਹ 2 ਲੱਖ ਰੁਪਿਆ, 2 ਲੱਖ ਸਸਤਾ ਵਿਕਦਾ ਦੂਸਰੇ ਟਰੈਕਟਰ ਨਾਲ, ਕਿਉਂਕਿ ਉਹਨੂੰ 7-8 ਸਾਲ ਕਾਗਜ਼ ਨਹੀਂ ਨਾ ਮਿਲਦੇ। ਹਾਂ। ਤੇ ਪਿਛਲੀ ਵਾਰ ਜਦੋਂ ਸਕੀਮ ਆਈ ਸੀ ਗਾਲਬਨ 2011-12 ਚ, ਉਹਦੇ ਵਿੱਚ ਆਈ ਮੇਰੇ ਕੋਲ ਨਹੀਂ 11-12 ਚ 9-10 11-12 3 ਸਾਲ ਚੱਲੀ। 3 ਸਾਲ ਚੱਲੀ। ਉਦੋਂ ਇਹ ਪ੍ਰੋਸੀਜਰ ਸੀ ਵੀ 3.5 ਲੱਖ ਰੁਪਇਆ ਗਵਰਨਮੈਂਟ ਦਿੰਦਾ ਸੀ, ਬਾਕੀ ਉਹ ਟਰੈਕਟਰ ਕੈਸ਼ ਵਾਲਾ ਸੀ। ਉਹ ਰਸਤੀ ਵਿਕ ਜਾਂਦਾ ਰਿਹਾ ਹੈ। ਤੇ ਉਹਦੇ ਕਿਸ਼ਤਾਂ ਕੁਸ਼ਤਾਂ ਦਾ ਕੋਈ ਚੱਕਰ ਨਹੀਂ ਸੀ। ਪਹਿਲਾਂ ਜਿਹੜੇ 2009 ਚ ਆਈ ਸੀ, ਉਹਦੇ ਚ ਇਹ ਸਕੀਮ ਸੀ ਵੀ ਕੋਈ ਬੈਂਕ ਲੀਜ਼ ਤੇ ਸੀ। ਜਿਹੜੀ ਫਿਰ 11-12 ਚ ਆਈ, ਉਹਦੇ ਚ ਕੈਸ਼ ਵਾਲੇ ਸੀ ਸਾਰੇ। ਹਾਂ ਚਲੋ ਅੱਲਾ ਖੈਰ ਕਰੇ। ਤੇ ਇਹਦੇ ਸਕੀਮ ਚ ਮੈਨੂੰ ਲੱਗਦਾ ATS ਵੀ ਮਿਲਣਗੇ, ਬਾਕੀ ਜਿਹੜੇ ਮਰਜ਼ੀ ਬਰਾਕ ਲਵੋ, ATS ਲਵੋ, ਬਰਾਕ ਲਵੋ, 85 ਲਵੋ, ਸਾਰੇ ਹੀ ਮਿਲਦੇ ਨੇ। ਹਾਂ ਹੁਣ ਅਸੀਂ 3-4 ਟਰੈਕਟਰ ATS ਬੁੱਕ ਕਰਵਾਏ ਨੇ ਬੈਂਕ ਵਾਲੇ, ਨੈਸ਼ਨਲ ਬੈਂਕ ਤੋਂ ਕਰਾਏ ਨੇ, ਇੱਕ HPL ਤੋਂ ਬੁੱਕ ਕਰਾਇਆ। ਠੀਕ ਹੋ ਗਿਆ। ਸਾਰੇ ਬੈਂਕ ਹੀ ਦੇਣ ਦੇ। ਚਲੋ ਠੀਕ ਹੋ ਗਿਆ ਭਾਈ ਰਿਆਜ਼, ਮਿਹਰਬਾਨੀ। ਕੋਈ ਗੱਲ ਨਹੀਂ।